ਫਤਿਹ। ਵਡਹੰਸ ਮਹੱਲਾ ਪੰਜਵਾਂ। ਵਿਸਰ ਨਾਹੀ ਪ੍ਰਭ ਦੀਨ ਦਿਆਲਾ, ਤੇਰੀ ਸ਼ਰਨ ਪੂਰਨ ਕਿਰਪਾਲਾ। ਰਹਾਉ ਜਹ ਚਿਤ ਆਵਹਿ ਸੋ ਥਾਨ ਸੁਹਾਵਾ, ਜਿਤ ਵੇਲਾ ਵਿਸਰੈ ਤਾਂ ਲਾਗੈ ਹਾਵਾ। ਤੇਰੇ ਜੀ ਤੂੰ ਸਦਹੀ ਸਾਥੀ, ਸੰਸਾਰ ਸਾਗਰ ਤੇ ਕੱਢਦੇ ਹਾਥੀ। ਆਵਣ ਜਾਣਾ ਤੁਮ ਹੀ ਕੀਆ, ਜਿਸ ਤੂੰ ਰੱਖ ਹੈ ਤਿਸ ਦੁਖ ਨਾ ਥੀਆ। ਤੂੰ ਏਕੋ ਸਾਹਿਬ ਅਵਰ ਨਾ ਹੋਰ, ਬਿਨਉ ਕਰੈ ਨਾਨਕ ਕਰ ਜੋਰ। ਤੂੰ ਏਕੋ ਸਾਹਿਬ ਅਵਰ ਨਾ ਹੋਰ, ਬਿਨਉ ਕਰੈ ਨਾਨਕ ਕਰ ਜੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਜੀ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਨਸੀਬ ਹੋਏ ਨੇ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਹਨ। ਉਪਰੰਤ ਚੱਲ ਰਹੀ ਲੜੀਵਾਰ ਕਥਾ ਗੁਰ ਸ਼ਬਦ ਦੀ ਵਿਚਾਰ, ਜੋ ਕਿ ਹਰ ਰੋਜ਼ ਮਹਾਰਾਜ ਦੇ ਚਰਨਾਂ ਵਿੱਚ ਬੈਠ ਕੇ ਆਪਾਂ ਸਰਵਣ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਨੇ ਇਹ ਵਡਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਸ਼ਬਦ ਵਡਹੰਸ ਰਾਗ ਦੇ ਵਿੱਚ ਹੈ। ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਮਹੱਲਾ ਪੰਜਵਾਂ। ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਆਓ ਸਮਝੀਏ ਜੀ। ਵਿਸਰ ਨਾਹੀ ਪ੍ਰਭ ਦੀਨ ਦਿਆਲਾ। ਅਰਦਾਸ ਬੇਨਤੀ ਜੋਦੜੀ ਹੈ। ਹੇ ਪ੍ਰਭੂ, ਹੇ ਦੀਨਾਂ 'ਤੇ ਦਇਆ ਕਰਨੇ ਵਾਲੇ, ਹੇ ਦਇਆ ਦੇ ਘਰ, ਇਹ ਕਿਰਪਾ ਕਰੋ ਤੇਰਾ ਕਦੀ ਨਾਮ ਨਾ ਮੇਰੇ ਕੋਲੋਂ ਵਿਸਰੇ। ਕਿਉਂਕਿ ਜਦੋਂ ਤੂੰ ਵਿਸਰਦਾ ਹੈ ਨਾ, ਤੂੰ ਵਿਸਰੇ ਤਾਂ ਸਭ ਕੋ ਲਾਗੂ। ਫਿਰ ਵਿਕਾਰ ਆਣ ਕੇ ਘੇਰਾ ਪਾਉਂਦੇ ਨੇ, ਚੀਤ ਆਵੇ ਤਾਂ ਸੇਵਾ। ਸੋ ਜਦੋਂ ਤੂੰ ਚਿੱਤ ਵਿੱਚ ਹੁੰਦਾ ਤੇ ਮਨ ਵਿੱਚ ਸੇਵਾ ਕਰਨ ਦਾ, ਬਾਣੀ ਪੜ੍ਹਨ ਦਾ ਖਿਆਲ, ਉਤਸ਼ਾਹ ਉਹ ਪੈਦਾ ਹੁੰਦਾ ਹੈ। ਸੋ ਇਸ ਕਰਕੇ ਮਹਾਰਾਜ ਪਾਤਸ਼ਾਹ ਜੀ ਤੇਰੀ ਯਾਦ ਨਾ ਵਿਸਰੇ, ਤੇਰਾ ਨਾਮ ਨਾ ਵਿਸਰੇ, ਤੇਰੀ ਬਾਣੀ ਨਾ ਵਿਸਰੇ, ਤੇਰਾ ਸਿਮਰਨ ਨਾ ਵਿਸਰੇ। ਸੋ ਐਸੀ ਮੇਰੇ 'ਤੇ ਕਿਰਪਾ ਕਰ ਦਿਓ। ਤੇਰੀ ਸ਼ਰਨ ਪੂਰਨ ਕਿਰਪਾਲਾ। ਕਿਰਪੇ ਦੇ ਕਿਰਪਾਲਾ, ਕਿਰਪਾ ਦਾ ਘਰ। ਹੇ ਕਿਰਪਾ ਦੇ ਘਰ ਸਤਿਗੁਰੂ, ਮੈਂ ਤੇਰੀ ਸ਼ਰਨ ਦੇ ਵਿੱਚ ਹਾਂ, ਮੈਂ ਤੇਰੀ ਸ਼ਰਨ ਦੇ ਵਿੱਚ ਹਾਂ। ਸੋ ਮੇਰੇ 'ਤੇ ਤੂੰ ਕਿਰਪਾ ਕਰਦੇ। ਹੁਣ ਜਿਹੜਾ ਸੋ ਕਿਰਪਾ ਦਾ ਘਰ ਹੈ ਉਹ ਵੀ ਪੂਰਨ ਹੈ। ਹੁਣ ਜਦੋਂ ਪੂਰਨ ਕਿਰਪਾ ਦਾ ਘਰ, ਉਹਦੀ ਸ਼ਰਨ ਵਿੱਚ ਜਗਿਆਸੂ ਆਵੇਗਾ ਅਤੇ ਫਿਰ ਪਰਮਾਤਮਾ ਪੂਰਨ ਕਿਰਪਾ ਕਰੇਗਾ ਨਾ ਜੀ। ਮਹਾਰਾਜ ਦੇ ਬਚਨ ਆਉਂਦੇ ਨੇ, ਕਹਿੰਦੇ ਪੂਰੇ ਕਾ ਕੀਆ ਸਭ ਕੁਛ ਪੂਰਾ। ਉਹ ਕਦੀ ਅਧੂਰਾ ਨਹੀਂ ਕਰਦਾ ਜੀ। ਅਕਾਲ ਪੁਰਖ ਨੇ ਨਾਮ ਦੇਣਾ, ਬੰਦਗੀ ਦੇਣੀ, ਅਵਸਥਾ ਬਣਾਉਣੀ, ਪੂਰੀ ਬਣਾ ਦੇਣੀ ਨੇ। ਸੋ ਉਹ ਅਧੂਰਾ ਕੰਮ ਨਹੀਂ ਕਰਦਾ ਜੀ। ਸੋ ਜਿਹੜਾ ਹੱਠ ਕਰਕੇ ਕਰਦਾ ਉਹਨੂੰ ਮਾੜਾ ਮੋਟਾ ਕਿਤੇ ਆਨੰਦ ਆ ਗਿਆ, ਹੱਠ ਕਰਕੇ ਕਰਦਾ ਪਿਆ। ਆਪਣਾ ਆਪ ਛੱਡ ਕੇ ਕਰੇ ਤਾਂ ਉਹਦੇ 'ਤੇ ਸਿੱਟ ਕੇ ਫਿਰ ਜਪ ਤਪ ਕਰੇ, ਪੂਰੀ ਕਿਰਪਾ ਹੁੰਦੀ ਹੈ ਜੀ। ਜਦੋਂ ਆਪਣੇ ਆਪ ਨੂੰ ਵਿੱਚ ਰੱਖਿਆ ਹੋਇਆ, ਮੈਂ ਬਾਣੀ ਪੜ੍ਹਦਾ, ਮੈਂ ਕਰਦਾ, ਮੈਂ ਸੇਵਾ ਕਰਦਾ, ਮੈਂ ਸਿਮਰਨ ਕਰਦਾ, ਵੀ ਥੋੜ੍ਹਾ ਬਹੁਤ ਆਨੰਦ ਮਿਲ ਜਾਂਦਾ। ਜੇ ਪੂਰਾ ਆਨੰਦ ਲੈਣਾ ਨਾ, ਸੰਪੂਰਨ ਰੂਪ ਦੇ ਵਿੱਚ ਉਹਦੇ 'ਤੇ ਡਿਪੈਂਡ ਹੋ ਜਾ। ਬਾਣੀ ਪੜ੍ਹਾਉਣੇ ਵਾਲਾ ਵੀ ਆਪ ਹੈ, ਸਮਝਾਉਣੇ ਵਾਲਾ ਆਪ ਹੈ, ਸਿਮਰਨ ਕਰਾਉਣੇ ਵਾਲਾ ਆਪ ਹੈ, ਸਤਸੰਗ ਕਰਾਉਣੇ ਵਾਲਾ ਆਪ ਹੈ। ਮੇਰੀ ਜ਼ਿੰਦਗੀ ਹੀ ਉਹਦੇ 'ਤੇ ਡਿਪੈਂਡ ਹੈ। ਸੋ ਫਿਰ ਉਹ ਦੇਖੋ ਕਿੰਨੀ ਛੇਤੀ ਅਤੇ ਪੂਰਨ ਕਿਰਪਾ ਹੁੰਦੀ ਹੈ।
हे प्रभु मैं तेरी शरण ਵਿੱਚ ਆ ਗਿਆ, ਤੂੰ ਪੂਰਨ ਹੈ, ਕਿਰਪਾ ਕਰ ਦੇ, ਮੇਰੇ ਤੇ ਵੀ ਪੂਰੀ ਕਿਰਪਾ ਕਰ ਦੇ। ਰਹਾਉ ਜਹ ਚਿਤ ਆਵਹਿ ਸੋ ਥਾਨ ਸੁਹਾਵਾ, ਜਿਤ ਵੇਲਾ ਵਿਸਰੈ ਤਾਂ ਲਾਗੇ ਹਾਵਾ। ਸੋ ਜਿਸ ਅਸਥਾਨ 'ਤੇ ਬਹਿ ਕੇ ਰੱਬ ਚਿੱਤ ਵਿੱਚ ਆ ਜਾਵੇ, ਉਹ ਜਗ੍ਹਾ ਸੋਭਨੀਕ, ਉਹ ਜਗ੍ਹਾ ਸੋਭਨੀਕ ਹੈ। ਜਹ ਚਿਤ ਆਵੈ ਸੋ ਥਾਨ ਸੁਹਾਵਾ, ਉਹ ਹਿਰਦਾ ਸੋਭਨੀਕ ਹੁੰਦਾ। ਜਿਸ ਹਿਰਦੇ ਦੇ ਵਿੱਚ ਰੱਬ ਦੀ ਯਾਦ ਹੁੰਦੀ ਆ, ਜਿਸ ਹਿਰਦੇ ਵਿੱਚ ਰੱਬ ਦੀ ਥਾਂ ਆ, ਰੱਬ ਬੈਠਾ ਆ, ਬਾਣੀ ਚੱਲਦੀ ਹੈ, ਉਹ ਹਿਰਦਾ ਸੋਭਨੀਕ ਹੈ। ਪਰ ਜਿਸ ਸਮੇਂ ਵੇਲਾ, ਵੇਲਾ ਦਾ ਅਰਥ ਹੁੰਦਾ ਸਮਾਂ, ਜਿਤ ਵੇਲਾ ਵਿਸਰਹਿ, ਜਿਸ ਸਮੇਂ ਰੱਬ ਵਿਸਰਦਾ ਤਾਂ ਲੱਗੇ ਹਾਵਾ, ਹੌਕੇ ਲੱਗਦੇ। ਮਹਾਰਾਜ ਕਹਿੰਦੇ ਕੁਰਬਾਨ ਜਾਈ ਉਸ ਵੇਲਾ ਸੁਹਾਵੀ, ਜਿਤ ਤੁਮਰੇ ਦੁਆਰੇ ਆਇਆ। ਸੋਭਨੀਕ ਵੇਲਾ ਕਦੋਂ ਹੁੰਦਾ? ਜਦੋਂ ਸਿੱਖ ਗੁਰੂ ਦੇ ਦਰਵਾਜ਼ੇ 'ਤੇ ਆਉਂਦਾ, ਜਦੋਂ ਸਿੱਖ ਗੁਰੂ ਵੱਲ ਨੂੰ ਮੂੰਹ ਕਰਦਾ, ਗੁਰੂ ਵੱਲ ਨੂੰ ਤੁਰ ਪੈਂਦਾ, ਉਹ ਸਮਾਂ ਸੋਭਨੀਕ ਹੁੰਦਾ ਹੈ। ਉਹ ਸਮਾਂ ਸੋਭਨੀਕ ਹੈ ਜਦੋਂ ਉਹਨੂੰ ਯਾਦ ਕਰਦਾ ਹੈ, ਜਦੋਂ ਬਾਣੀ ਪੜ੍ਹਦਾ ਹੈ। ਜਿਸ ਸਮੇਂ ਰੱਬ ਦੀ ਯਾਦ ਵਿਸਰਦੀ ਹੈ, ਉਹ ਜਿਹੜਾ ਸਮਾਂ ਹੁੰਦਾ ਹੌਕਿਆਂ 'ਚ ਨਿਕਲਦਾ ਹੈ। ਫਿਰ ਘਰ ਦੀਆਂ ਚਿੰਤਾਵਾਂ, ਕੰਮਕਾਰ ਦੀਆਂ ਚਿੰਤਾਵਾਂ, ਬੱਚਿਆਂ ਦੀਆਂ ਚਿੰਤਾਵਾਂ, ਬੜੀਆਂ ਚਿੰਤਾਵਾਂ ਆਣ ਕੇ ਇਹਨੂੰ ਘੇਰ ਲੈਣੀਆਂ। ਇੰਨੀਆਂ ਚਿੰਤਾਵਾਂ ਦਾ ਹੱਲ ਕਿੱਦਾਂ ਕਰੂਗਾ ਜੀ? ਇੰਨੀਆਂ ਚਿੰਤਾਵਾਂ ਲੈ ਕੇ ਪਾਲੀ ਫਿਰਦਾ। ਫਿਰ ਚਿੰਤਾ ਨੂੰ ਪਾਲਦੇ ਹਾਂ ਅਸੀਂ, ਚਿੰਤਾ ਨੂੰ ਤਾਂ ਅਸੀਂ ਵੱਡਾ ਖੁਦ ਕਰਦੇ ਹਾਂ। ਚੇਤੇ ਕਰੀ ਜਾਣੀ ਚਿੰਤਾ, ਚੇਤੇ ਕਰੀ ਜਾਣੀ ਚਿੰਤਾ ਤਾਂ ਪਲਦੀ ਹੈ। ਜੇ ਚਿੰਤਾ ਨੂੰ ਖਤਮ ਕਰਨਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣੀ ਸੱਚੀ ਬਾਣੀ, ਬਾਣੀ ਪੜ੍ਹਿਆ ਕਰ, ਬਾਣੀ ਸੁਣਿਆ ਕਰ। ਕਿੱਡਾ ਵੱਡਾ ਸੌਖਾ ਤਰੀਕਾ ਮਹਾਰਾਜ ਨੇ ਸਾਨੂੰ ਦੇ ਦਿੱਤਾ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਇੱਦੋਂ ਪਰੇ ਹੋਰ ਸੌਖਾ ਤਰੀਕਾ ਕਿਹੜਾ ਹੋ ਸਕਦਾ? ਕਿਹੜਾ ਦਰਦ ਆ ਭਾਈ ਤੈਨੂੰ? ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰ। ਸੋ ਉਹ ਆਪੇ ਹੀ ਵੈਦਾਂ ਦਾ ਵੈਦ, ਹਕੀਮਾਂ ਦਾ ਹਕੀਮ ਹੈ, ਸਿਆਣਿਆਂ ਦਾ ਸਿਆਣਾ ਆ, ਸੁਗੜ ਸਿਆਣਾ ਆ ਸਤਿਗੁਰੂ ਜੀ। ਅਤੇ ਉਹ ਤੇਰੀ ਸਮੱਸਿਆ ਨੂੰ ਹੱਲ ਕਰਦਿਆਂ ਇੱਕ ਨਿਮਖ ਨਹੀਂ ਲਾਉਣਗੇ। ਫਿਰ ਮੈਂ ਆਪਣੀ ਬੁੱਧੀ ਦੇ ਨਾਲ ਆਪਣੀ ਸਮੱਸਿਆ ਹੱਲ ਕਰਦਾ ਪਿਆ, ਤੂੰ ਤਾਂ ਸਮੱਸਿਆ ਪਾਈ ਹੋਈ, ਹੱਲ ਕਿੱਦਾਂ ਕਰ ਲੂੰਗਾ? ਸਮੱਸਿਆ ਤਾਂ ਤੇਰੀ ਪਾਈ ਹੋਈ ਹੈ। ਸੋ ਤੂੰ ਨਹੀਂ ਹੱਲ ਕਰ ਸਕਦਾ। ਡੁੱਬਦਾ ਬੰਦਾ ਥੋੜ੍ਹੀ ਤਰ ਸਕਦਾ। ਜਿਹੜਾ ਡੁੱਬਦਾ ਆ ਉਹ ਕਿੱਦਾਂ ਤਰ ਜਾਊ? ਡੁੱਬਦੇ ਨੂੰ ਤਾਂ ਕੱਢਣਾ ਪੈਂਦਾ, ਡੁੱਬਦੇ ਨੂੰ ਤਾਂ ਕੱਢਣਾ ਪੈਂਦਾ। ਇਸ ਕਰਕੇ ਇਹ ਜਿਹੜਾ ਸੰਸਾਰ ਸਾਗਰ ਆ ਨਾ, ਇਹਦੇ ਵਿੱਚ ਜੀਆ ਜੰਤ ਅਸੀਂ ਸਾਰੇ ਡੁੱਬੀ ਜਾਂਦੇ ਹਾਂ। ਸੋ ਉਹ ਹੀ ਆ ਇੱਕ ਪਰਮਾਤਮਾ ਜਿਹੜਾ ਸਾਨੂੰ ਬਾਂਹ ਫੜ ਕੇ ਕੱਢ ਸਕਦਾ ਹੈ। ਚਿੰਤਾ ਦੇ ਵਿੱਚ ਪਿਆ ਹੋਇਆ ਬੰਦਾ ਬਾਹਰ ਨਹੀਂ ਨਿਕਲ ਸਕਦਾ। ਗੁਰਬਾਣੀ ਦੀ ਬਾਂਹ ਫੜ ਲਵੇ, ਯਕਦਮ ਨਿਕਲ ਜਾਊ, ਉਸੇ ਵਕਤ ਨਿਕਲ ਜਾਂਦਾ ਜੀ। ਗੁਰਬਾਣੀ ਨੂੰ ਛੱਡ ਕੇ ਤਾਂ ਫਿਰ ਕੋਸ਼ਿਸ਼ ਕਰੀ ਜਾਵੇ, ਡੁੱਬੇਗਾ, ਭੰਵਰ ਵਿੱਚ ਪੈ ਜਾਵੇਗਾ, ਚਿੰਤਾ ਹੋਰ ਵਧੇਗੀ, ਨਿਕਲੇਗਾ ਨਹੀਂ। ਮਹਾਰਾਜ ਕਹਿੰਦੇ ਨੇ, ਕਹਿੰਦੇ ਜਿਤ ਵੇਲਾ ਵਿਸਰੈ ਤਾਂ ਲਾਗੇ ਹਵਾ। ਹੌਕੇ ਹੌਕੇ ਲੈਣੇ ਹਵਾ। ਸੋ ਭਾਈ ਬਹੁਤ ਵੱਡਾ ਝਟਕਾ ਲੱਗ ਗਿਆ ਅਤੇ ਇਹਦਾ ਹੱਲ ਨਹੀਂ ਕੋਈ ਦਿਸਦਾ। ਹੌਕੇ ਲੈਣੇ, ਕਿਸੇ ਨੂੰ ਦੱਸਣ ਜੋਗਾ ਵੀ ਹੈ ਨਹੀਂ ਕਿ ਐਸੀਆਂ ਗੱਲਾਂ ਹੁੰਦੀਆਂ ਬੰਦਾ ਕਿਸੇ ਨਾਲ ਸਾਂਝੀਆਂ ਹੀ ਨਹੀਂ ਕਰਦਾ, ਕਿਸੇ ਨਾਲ ਨਹੀਂ ਸਾਂਝੀ ਕਰਦਾ, ਅੰਦਰੋਂ ਹੀ ਹੌਕੇ ਲਈ ਜਾਂਦਾ ਹੈ। ਉਹ ਜਿਹੜੇ ਹੌਕੇ ਨੇ ਇਸ ਨੂੰ ਨਾ ਬਸ ਖਾ ਜਾਂਦੇ ਆ। ਜ਼ਿੰਦਗੀ ਦਾ ਕੋਈ ਸਵਾਦ ਨਹੀਂ ਰਹਿ ਜਾਂਦਾ ਜਿਹੜੇ ਹੌਕਿਆਂ 'ਚ ਹੁੰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਕਹਿੰਦੇ ਹੌਕੇ ਤਾਂ ਲੱਗਦੇ ਹੈ ਕਿਉਂਕਿ ਰੱਬ ਵਿਸਰ ਗਿਆ। ਬਾਣੀ ਪੜ੍ਹਨੀ ਸ਼ੁਰੂ ਕਰਦੇ, ਹੌਕੇ ਹੋਕੇ ਸਭ ਭੱਜ ਜਾਣੇ। ਚਿੰਤਾ, ਫਿਕਰ, ਦੁੱਖ, ਰੋਗ ਸਭ ਨਸ਼ਟ ਹੋ ਜਾਂਦੇ ਆ। ਬਾਣੀ ਪੜ੍ਹਨੀ ਸ਼ੁਰੂ ਕਰਦੇ, ਕਹਿੰਦੇ ਤੇਰੇ ਜੀ ਤੂੰ ਸਦ ਹੀ ਸਾਥੀ। ਜਿਤਨੇ ਵੀ ਜੀਆ ਜੰਤ ਨੇ ਇਹ ਰੱਬ ਦੇ ਬਣਾਏ ਹੋਏ ਨੇ, ਰੱਬ ਦੇ ਪੈਦਾ ਕੀਤੇ ਹੋਏ ਨੇ। ਚਾਰ ਖਾਣੀਆਂ ਦੁਆਰਾ ਸ੍ਰਿਸ਼ਟੀ ਦੀ ਉਸਨੇ ਰਚਨਾ ਕੀਤੀ ਹੈ।
ਤੇ ਇਹਨਾਂ ਚਾਰ ਖਾਣੀਆਂ ਵਿੱਚ ਜੋ ਵੀ ਜੀਆ ਜੰਤ ਉਸਨੇ ਪੈਦਾ ਕਰ ਦਿੱਤੇ, ਸਾਰਿਆਂ ਦਾ ਰਿਜ਼ਕ, ਦੁੱਖ ਸੁੱਖ ਦਾ ਖਿਆਲ ਪ੍ਰਮਾਤਮਾ ਆਪ ਕਰਦਾ ਜੀ। ਸਾਰਿਆਂ ਦਾ ਤੂੰ ਸਾਥੀ ਹੈ। ਇਹ ਨਹੀਂ ਵੀ ਭਾਈ ਉਹਨਾਂ ਦਾ ਸਾਥੀ ਜਿਹੜੇ ਤੈਨੂੰ ਯਾਦ ਕਰਦੇ ਆ, ਜਿਹੜੇ ਤੈਨੂੰ ਯਾਦ ਵੀ ਨਹੀਂ ਕਰਦੇ ਤੂੰ ਉਹਨਾਂ ਦਾ ਵੀ ਸਾਥੀ ਹੈ। ਸੋ ਉਹ ਵੀ ਤੂੰ ਉਹਨਾਂ ਦਾ ਭਲਾ ਕਰਨ ਵਾਸਤੇ ਕੋਈ ਨਾ ਕੋਈ ਐਸੀ ਵਿਧ ਬਣਾ ਹੀ ਦਿੰਦਾ ਵੀ ਇਹਨਾਂ ਨੂੰ ਰੱਬ ਦੀ ਯਾਦ ਆ ਜਾਵੇ। ਜਿਹੜੇ ਕਹਿੰਦੇ ਰੱਬ ਕਿੱਥੇ ਹੈ, ਰੱਬ ਰੁੱਬ ਕੋਈ ਨਹੀਂ ਕਹਿੰਦੇ, ਹੈ ਨਾ। ਸੋ ਪਰਮਾਤਮਾ ਕਿਰਪਾ ਕਰ ਦਿੰਦਾ, ਫਿਰ ਉਹਨਾਂ ਦਾ ਇਹੋ ਜਿਹਾ ਬੰਦਿਆਂ ਨਾਲ ਮੇਲ ਕਰਾ ਦੇਣਾ ਜਿਨ੍ਹਾਂ ਦੁਆਰਾ ਨੂੰ ਵੀ ਸੋਝੀ ਆ ਜਾਵੇ ਵੀ ਰੱਬ ਹੈ। ਸਾਥੀ ਹੋਇਆ, ਸਾਥੀ ਤਾਂ ਉਹੀ ਹੁੰਦਾ ਜਿਹੜਾ ਸਾਨੂੰ ਮਾੜਾ ਕਰਨ ਤੋਂ ਰੋਕ ਦੇਵੇ, ਜਿਹੜਾ ਚੰਗਾ ਕਰਨ ਲਈ ਉਤਸ਼ਾਹ ਦੇਵੇ, ਮਾੜਾ ਕਰਨ ਤੋਂ ਰੋਕੇ, ਉਸਲ ਸਾਥੀ ਹੁੰਦਾ। ਜਿਹੜਾ ਚੰਗਾ ਕਰਨ ਤੋਂ ਰੋਕੇ, ਮਾੜੇ ਵਾਸਤੇ ਉਤਸ਼ਾਹ ਦੇਵੇ, ਉਹ ਦੁਸ਼ਮਣ ਨਾਲ ਵੀ ਮਾੜਾ, ਸਾਥੀ ਕਾਹਦਾ। ਸੋ ਤੂੰ ਸਾਰਿਆਂ ਦਾ ਸਾਥੀ ਹੈ ਪ੍ਰਭੂ। ਜਿਹੜਾ ਵੀ ਤੈਨੂੰ ਯਾਦ ਕਰਦਾ ਹੈ ਨਾ, ਤੂੰ ਉਸ ਦੀ ਸਹਾਇਤਾ ਕਰਦਾ। ਸੰਸਾਰ ਸਾਗਰ ਤੇ ਕੱਢ ਦੇ ਹਾਥੀ, ਮੈਨੂੰ ਬਚਾ ਲਾ, ਮੈਂ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬਦਾ ਜਾ ਰਿਹਾ। ਮੋਕੋ ਬਾਪ ਬੀਠਲਾ ਬਾਂਹ ਦੇ, ਬਾਂਹ ਦੇ, ਬਾਂਹ ਦੇ। ਇਹ ਮੇਰੇ ਪਿਤਾ, ਮੇਰੇ ਬੀਠਲ, ਮੈਨੂੰ ਬਾਂਹ ਦੇ, ਆਸਰਾ ਦੇ, ਬਾਂਹ ਫੜ ਕੇ ਮੈਂ ਨਿਕਲਣਾ ਚਾਹੁੰਦਾ। ਮੈਂ ਨਿਕਲ ਨਹੀਂ ਸਕਦਾ ਇਸ ਸੰਸਾਰ ਦੇ ਵਿੱਚੋਂ। ਸੰਸਾਰ ਦੇ ਵਿੱਚ ਡੁੱਬਦਾ ਹੋਇਆ ਅਤੇ ਜਦੋਂ ਪੁਕਾਰ ਕਰਦਾ ਪਰਮਾਤਮਾ ਦੇ ਅੱਗੇ, ਅਤੇ ਫਿਰ ਉਹਦੀ ਬੁੱਧੀ ਰੂਪ ਬਾਂਹ ਫੜ ਕੇ ਉਹਨੂੰ ਬਾਹਰ ਕੱਢ ਦਿੰਦਾ। ਭਾਵ ਉਹਨੂੰ ਗੁਰਮਤਿ ਵਾਲੇ ਪਾਸੇ ਲਾ ਦੇਣਾ। ਕਹਿੰਦੇ ਚੱਲ ਭਾਈ ਬਾਣੀ ਪੜ੍ਹਿਆ ਕਰ, ਬਾਣੀ ਦੀ ਵਿਚਾਰ ਕਰਿਆ ਕਰ, ਸੰਗਤ ਕਰਿਆ ਕਰ। ਜਿਹੜਾ ਨਿਤਨੇਮ ਕਰਦਾ, ਸਿਮਰਨ ਕਰਦਾ, ਸੰਗਤ ਕਰਦਾ, ਜਿਹੜਾ ਵੀ ਗੁਰਮੁਖ ਪਿਆਰਾ, ਸਮਝ ਲਓ ਉਹਦੀ ਬਾਂਹ ਫੜ ਲਈ ਅਕਾਲ ਪੁਰਖ ਨੇ। ਅਤੇ ਭਾਈ ਜਿਹਦੀ ਉਹ ਬਾਂਹ ਫੜਦਾ ਹੈ ਨਾ, ਉਹ ਦੁਨੀਆ ਦੀ ਕੋਈ ਤਾਕਤ ਉਹਦਾ ਵਾਲ ਵਿੰਗਾ ਨਹੀਂ ਕਰ ਸਕਦੀ। ਉਹ ਕਦੀ ਡੁੱਬ ਨਹੀਂ ਜੇ ਸਕਦਾ, ਫਿਰ ਉਹ ਤਰੇਗਾ ਹੀ ਤਰੇਗਾ। ਆਵਣ ਜਾਣਾ ਤੁਮ ਹੀ ਕੀਆ। ਹੇ ਪ੍ਰਮਾਤਮਾ, ਹੇ ਪ੍ਰਭੂ, ਹੇ ਪਰਮੇਸ਼ਰ। ਸੋ ਜਿਹੜਾ ਆਉਣਾ ਜਾਣਾ, ਜਿਹੜੀ ਖੇਡ ਹੈ, ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਇਹ ਖੇਡ ਤੇਰੀ ਹੀ ਤਾਂ ਕੀਤੀ ਹੋਈ ਆ। ਆਵਣ ਜਾਣਾ ਤੇਰੇ ਹੁਕਮ ਦੇ ਵਿੱਚ ਜਨਮ ਹੈ, ਤੇਰੇ ਹੁਕਮ ਦੇ ਵਿੱਚ ਮੌਤ ਹੈ। ਅਤੇ ਜਿਸ ਨੂੰ ਤੂੰ ਜਨਮ ਦਿੰਦਾ, ਉਹ ਮਾਇਆ ਦਾ ਐਸਾ ਭਿਆਨਕ ਮੋਹ ਹੈ, ਉਹਨੂੰ ਸੱਚ ਸਮਝ ਲੈਂਦਾ। ਮਾਂ ਬਾਪ ਨੂੰ, ਘਰ-ਬਾਰ ਨੂੰ, ਧੀਆਂ ਪੁੱਤਰਾਂ ਨੂੰ, ਧਨ ਦੌਲਤ ਨੂੰ, ਆਪਣੇ ਸਰੀਰ ਨੂੰ, ਉਹ 'ਚ ਫਸ ਜਾਂਦਾ ਹੈ। ਤਦੇ ਤਾਂ ਆਪਣੇ ਪਰਿਵਾਰ ਵਾਸਤੇ, ਧਨ ਦੌਲਤ ਵਾਸਤੇ ਅਤੇ ਟੁੱਟ ਟੁੱਟ ਕੇ ਮਰਦਾ। 18-18 ਘੰਟੇ ਕੰਮ ਕਰਦਾ, ਕਿਉਂਕਿ ਸੱਚ ਜੀ ਸਮਝਿਆ ਹੋਇਆ ਹੈ। ਜਿਨ੍ਹਾਂ ਨੇ ਇਸ ਸੰਸਾਰ ਨੂੰ ਮਿੱਥ ਜਾਣ ਲਿਆ, ਜਿਨ੍ਹਾਂ ਨੇ ਮਿੱਥ ਜਾਣ ਲਿਆ ਭਈ ਸੰਸਾਰ ਤੇ ਸੰਬੰਧੀ ਨੇ, ਤਾਂ ਸਿਰਫ ਲੈਣ ਦੇਣ ਦੇ ਸੰਬੰਧੀ ਨੇ। ਕੋਈ ਜਾਣਾ ਕਵਨ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਬਿਧ ਬੀਜਾ ਤਿਰਤਾ ਕੀ ਨਿਰਮਲ ਰੀਤ। ਬੜੀ ਪਵਿੱਤਰ ਮਰਜ਼ਾਦਾ ਉਸ ਦੀ, ਅਕਾਲ ਪੁਰਖ ਦੀ। ਕਿਸੇ ਦਾ ਕੋਈ ਸੰਬੰਧੀ ਨਹੀਂ ਹੈ, ਕਿਸੇ ਦਾ ਕੋਈ ਮਿੱਤਰ ਨਹੀਂ, ਕਿਸੇ ਦਾ ਕੋਈ ਸਾਥੀ ਨਹੀਂ ਹੈ। ਇਹ ਤਾਂ ਅਸੀਂ ਆਪ ਬਣਾਏ ਹੋਏ ਨੇ। ਸਾਥੀ ਤਾਂ ਸਾਡਾ ਅਕਾਲ ਪੁਰਖ ਹੈ, ਗੁਰੂ ਸਾਥੀ ਹੈ। ਗੁਰੂ ਵਰਗਾ ਮਿੱਤਰ ਕੋਈ ਹੋ ਸਕਦਾ? ਗੁਰੂ ਵਰਗਾ ਸਾਥੀ ਕੋਈ ਹੋ ਸਕਦਾ ਜਿਹੜਾ ਭਾਈ ਸਾਨੂੰ ਬਾਂਹ ਫੜ ਕੇ ਸੰਸਾਰ 'ਚੋਂ ਪਾਰ ਕਰ ਦੇਵੇ, ਹਰ ਦੁੱਖ ਦੇ ਵਿੱਚ ਖੜ੍ਹਾ। ਅਤੇ ਜਿੱਥੇ ਲੇਖਾ ਸਾਡਾ ਹੋਣਾ, ਉੱਥੇ ਵੀ ਗੁਰੂ ਖੜ੍ਹਾ ਹੋ ਜੂ। ਲੇਖਾ ਨਹੀਂ ਹੁੰਦਾ ਉੱਥੇ ਤਾਂ ਧਰਮ ਰਾਜੇ ਨੂੰ ਕਾਗਜ਼ੀ ਫਾੜਨੇ ਪੈਂਦੇ ਆ, ਕਿਉਂਕਿ ਸਤਿਗੁਰੂ ਜੀ ਨਾਲ ਖੜ੍ਹੇ ਨੇ ਭਾਈ। ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਵੀ ਇਹ ਜਿਹੜੇ ਸੰਸਾਰ ਦੀ ਖੇਡ ਹੈ ਨਾ, ਜਨਮ ਹੈ ਮਰਨ ਹੈ, ਤੇਰਾ ਹੀ ਤਾਂ ਕੀਤਾ ਹੋਇਆ ਹੈ। ਤੇਰੇ ਹੁਕਮ ਦੇ ਵਿੱਚ ਹੀ ਅਸੀਂ ਜਨਮ ਲਿਆ, ਔਰ ਜਿੰਨਾ ਚਿਕਰ ਤੇ ਤੂੰ ਸਾਨੂੰ ਸੰਸਾਰ 'ਤੇ ਰੱਖਣਾ, ਉਹਨਾਂ ਚਿਕਰ ਜ਼ਿੰਦਗੀ ਹੈ, ਜੀਵਨ ਜੀਣਾ ਹੈ। ਜਦੋਂ ਬੁਲਾਵਾ ਆ ਗਿਆ ਚਲੇ ਜਾਵਾਂਗੇ। ਜਿੰਨਾ ਚਿਕਰ ਜੀਵਨ ਜਿਉਣਾ ਨਾ, ਬਸ ਬੰਦਗੀ ਦੇ ਵਿੱਚ ਜੀਣਾ। ਹੁਕਮ ਨੂੰ ਪਛਾਣ ਲਿਆ ਨਾ ਵੀ ਮੈਂ ਕਾਹਦੇ ਵਾਸਤੇ ਆਇਆ, ਜਨਮ ਕਾਹਦੇ ਵਾਸਤੇ ਹੋਇਆ, ਪਛਾਣ ਗਿਆ ਹੁਕਮ ਨੂੰ।
ਜਿਸ ਤੂੰ ਰਾਖੈ ਤਿਸ ਦੁਖ ਨ ਥੀਆ। ਜਿਸ ਦੀ ਰੱਖਿਆ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਆਪ ਕਰਦਾ ਹੈ ਨਾ, ਉਹਨੂੰ ਕਦੀ ਦੁੱਖ ਨਹੀਂ ਜੇ ਪਹੁੰਚ ਸਕਦਾ, ਪਹੁੰਚ ਨਹੀਂ ਸਕਦਾ। ਸੰਸਾਰ ਦੇ ਦੁੱਖ ਉਸ ਦਾ ਵਾਲ ਵਿੰਗਾ ਨਹੀਂ ਜੇ ਕਰ ਸਕਦੇ, ਚਾਹੇ ਉਹ ਤਨ ਦੇ ਰੋਗ ਨੇ ਚਾਹੇ ਮਨ ਦੇ ਰੋਗ ਨੇ ਜੀ। ਉਹ ਕਦੀ ਚਿੰਤਾ ਦੇ ਸਾਗਰ ਵਿੱਚ ਨਹੀਂ ਡੁੱਬਦਾ ਜਿਸ ਦੀ ਤੂੰ ਆਪ ਰੱਖਿਆ ਕਰਦਾ। ਜਿਸ ਤੂੰ ਰਾਖੈ ਤਿਸ ਦੁਖ ਨਾ ਥੀਆ। ਜਿਹਦਾ ਤੂੰ ਰਖਵਾਲਾ ਬਣ ਜਾਂਦਾ ਹੈ, ਦੱਸੋ ਉਸਨੂੰ ਕੋਈ ਦੁੱਖ ਹੋਵੇਗਾ? ਕੋਈ ਦੁੱਖ ਨਹੀਂ ਹੋਵੇਗਾ ਜੀ। ਸਰੀਰਕ ਰੋਗ ਨੇ, ਸਰੀਰਕ ਰੋਗ ਤਾਂ ਪੈਦਾ ਹੁੰਦੇ ਨੇ ਬੰਦੇ ਦੇ ਵਿੱਚੋਂ ਕੋਈ ਤੱਤ ਘਟ ਜਾਂਦਾ ਹੈ। 5 ਤੱਤਾਂ ਦਾ ਸਰੀਰ ਬਣਿਆ ਹੋਇਆ, ਤੱਤ ਘਟ ਗਿਆ ਸਰੀਰ ਰੋਗੀ ਹੋ ਗਿਆ। ਤੱਤ ਘਟਦਾ ਸਾਡਾ ਵੱਧ ਘੱਟ ਖੁਰਾਕਾਂ ਖਾਣ 'ਤੇ ਡਿਪੈਂਡ ਕਰਦਾ। ਤੱਤ ਵੀ ਸਾਰੇ ਪੌਸ਼ਟਿਕ ਤੱਤ ਹੈ, ਕਿਸੇ ਇੱਕ ਤੱਤ ਨੂੰ ਵਾਧੂ ਲਈ ਜਾਂਦੇ, ਇੱਕ ਤੱਤ ਲੈਂਦੇ ਹੀ ਨਹੀਂ, ਫਿਰ ਘਟਣਾ ਹੀ ਆ ਉਹਨੇ। ਖੁਰਾਕ ਦੇ ਵਿੱਚੋਂ ਤੱਤ ਮਿਲਦੇ ਨੇ ਸਾਨੂੰ। ਫਿਰ ਅਕਾਲ ਪੁਰਖ ਕੀ ਕਰਦਾ, ਇਹ ਸਰੀਰ ਦੇ ਵਿੱਚੋਂ ਤੱਤ ਪੂਰੇ ਕਰ ਦਿੰਦਾ, ਸਰੀਰ ਦੇ ਵਿੱਚੋਂ ਤੱਤ ਪੂਰੇ ਕਰ ਦਿੰਦਾ, ਠੀਕ ਕਰ ਦਿੰਦਾ ਹੈ। ਸੋ ਇੰਝ ਹੇ ਪ੍ਰਭੂ, ਹੇ ਪਰਮਾਤਮਾ, ਹੈ ਪਰਮੇਸ਼ਰ, ਸੋ ਜਿਸ ਨੂੰ ਤੂੰ ਰੱਖਦਾ ਹੈ ਨਾ, ਅਤੇ ਉਹਨੂੰ ਮੁੜ ਕੇ ਦੁੱਖ ਨਹੀਂ ਜੇ ਹੁੰਦਾ। ਫੇ ਤੂੰ ਏਕੋ ਸਾਹਿਬ ਅਵਰ ਨਾ ਹੋਰ। ਤੂੰ ਸਾਹਿਬ ਤਾਂ ਇੱਕੋ ਹੀ ਹੈ, ਤੇਰੀ ਸਾਹਿਬੀ ਜਿਹੜੀ ਹਮੇਸ਼ਾ ਕਾਇਮ ਹੈ। ਸਾਹਿਬ ਤਾਂ ਉਹ ਹੁੰਦਾ ਜਿਹਦੀ ਸਾਹਿਬੀ ਨਹੀਂ, ਕੋਈ ਖਤਰਾ ਨਾ ਹੋਵੇ। ਦੁਨੀਆ ਦੇ ਵਿੱਚ ਜਿਤਨੇ ਵੀ ਸਾਹਿਬ ਨੇ, ਰਾਜੇ ਨੇ, ਮਹਾਰਾਜੇ ਨੇ, ਬਾਦਸ਼ਾਹ ਨੇ, ਉਹਨਾਂ ਦੀਆਂ ਸਾਹਿਬੀਆਂ ਨੂੰ ਖਤਰਾ ਬੜਾ। ਉਹਨਾਂ ਦੇ ਰਾਜ ਭਾਗ ਨੂੰ, ਉਹਨਾਂ ਦੀਆਂ ਰਾਜ ਗੱਦੀਆਂ ਨੂੰ ਖਤਰਾ ਬੜਾ। ਜਿਹੜੇ ਅਮੀਰ ਨੇ, ਵਜ਼ੀਰ ਨੇ, ਸੋ ਉਹਨਾਂ ਦੀਆਂ ਅਮੀਰਾਂ ਨੂੰ ਆਪਣੀਆਂ ਅਮੀਰੀਆਂ ਦਾ ਖਤਰਾ, ਮਾਇਆ ਦਾ ਖਤਰਾ ਰਹਿੰਦਾ ਵੀ ਕਿਤੇ ਮਾਇਆ ਕੋਲ ਹੈ ਤਾਂ ਅਮੀਰੀ ਹੈ, ਅੱਜ ਨੁਕਸਾਨ ਹੋ ਗਿਆ ਤਾਂ ਕਿਨੇ ਪੁੱਛਣਾ। ਮਾਇਆ ਦੇ ਨਾਲ ਹੀ ਹੋਂਦ ਹੈ ਮਾਇਆਧਾਰੀਆਂ ਦੀ। ਅਤੇ ਸਾਹਿਬੀਆਂ, ਸੋ ਸਰਕਾਰੀ ਉੱਚੇ ਅਹੁਦੇ ਸਾਹਿਬੀਆਂ, ਸੋ ਇਹ ਵੀ ਕਦੀ ਮਿੱਟੀ 'ਚ ਰੁਲ ਸਕਦੀਆਂ, ਇਹ ਵੀ ਰੁਲ ਸਕਦੀਆਂ। ਇਸ ਕਰਕੇ ਸਾਹਿਬੀਆਂ ਦਾ ਵੀ ਕਾਹਦਾ ਹੰਕਾਰ ਹੈ। ਹਾਂ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਜਿਹੜਾ ਆ, ਸੋ ਉਹਨੂੰ ਸਾਹਿਬ ਮੰਨ ਲਓ। ਸੋ ਉਹਦੇ ਵਰਗਾ ਸਾਹਿਬ ਨਹੀਂ ਕੋਈ ਹੋ ਸਕਦਾ। ਸਾਹਿਬ ਵੀ ਇੱਦਾਂ ਦਾ ਆ, ਜਿਹੜਾ ਉਹਨੂੰ ਸਾਹਿਬ ਮੰਨਦਾ ਉਹਨੂੰ ਉਹ ਸਾਹਿਬ ਬਣਾਉਂਦਾ। ਜਿਹੜਾ ਰੱਬ ਨੂੰ ਸਾਹਿਬ ਮੰਨਦਾ ਨਾ, ਅਤੇ ਰੱਬ ਉਸੇ ਨੂੰ ਹੀ ਸਾਹਿਬ ਬਣਾਉਂਦਾ। ਜਿਹੜਾ ਸਤਿਗੁਰੂ ਜੀ ਨੂੰ ਬ੍ਰਹਮ ਗਿਆਨ ਦਾ ਦਾਤਾ ਮੰਨਦਾ ਅਤੇ ਰੱਬ ਉਹਨੂੰ ਬ੍ਰਹਮ ਗਿਆਨੀ ਬਣਾਉਂਦਾ। ਜਿੱਦਾਂ ਦਾ ਕਿਸੇ ਨੇ ਗੁਰੂ ਨੂੰ ਮੰਨ ਲਿਆ, ਉਹ ਉੱਦਾਂ ਦਾ ਬਣ ਜਾਂਦਾ। ਇੱਦਾਂ ਦਾ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ। ਅਤੇ ਇਹੋ ਜਿਹਾ ਸਾਹਿਬ ਤਾਂ ਇੱਕ ਹੀ ਹੋ ਸਕਦਾ ਨਾ, ਹੋਰ ਥੋੜ੍ਹੀ ਕੋਈ ਹੋ ਸਕਦਾ। ਤੂੰ ਇੱਕੋ ਸਾਹਿਬ ਅਵਰ ਨਾ ਹੋਰ, ਹੋਰ ਨਹੀਂ ਹੋ ਕੋਈ ਹੋਰ। ਤੇਰੇ ਵਰਗਾ ਹੋਰ ਕੋਈ ਸਾਹਿਬ ਨਹੀਂ ਹੈ। ਸਾਹਿਬ ਤਾਂ ਬਥੇਰੇ ਨੇ, ਆਪੇ ਬਣੇ ਸਾਹਿਬ, ਪਰ ਤੇਰੇ ਵਰਗਾ ਕੋਈ ਸਾਹਿਬ ਨਹੀਂ ਹੈ। ਬਿਨੋ ਕਰੈ ਨਾਨਕ ਕਰ ਜੋਰ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮੈਂ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਕਰਦਾ ਹਾਂ। ਸੋ ਕਰ ਜੋਰ ਹੁੰਦਾ ਹੱਥ ਜੋੜਨੇ। ਅਤੇ ਜਦੋਂ ਕਰ ਜੋਰ ਅੰਦਰਲੇ ਹੱਥਾਂ ਦੀ ਗੱਲ ਆਉਂਦੀ, ਉਦੋਂ ਮਨ ਅਤੇ ਚਿੱਤ ਨੂੰ ਇੱਕ ਕਰਨਾ, ਉਹਨੂੰ ਕਹਿੰਦੇ ਕਰ ਜੋਰ। ਮਨ ਚਿੱਤ ਹੋ ਜਾਣਾ। ਮਹਾਰਾਜ ਕਹਿੰਦੇ ਇੱਕ ਮਨ ਇੱਕ ਚਿੱਤ ਧਿਆਏ, ਇੱਕ ਚਿੱਤ ਜੇ ਇੱਕ ਛਿਨ ਧਿਆਇਓ। ਉਹ ਛਿਨ ਵੀ ਬੜਾ, ਜਦੋਂ ਮਨ ਚਿੱਤ ਕਹਿੰਦੇ ਨੇ ਕਿ ਛਿਨ ਮਾਤਰ ਵੀ ਬੜਾ। ਕਾਲ ਫਾਸ ਕੇ ਬੀਚ ਨਾ ਆਇਓ। ਸੋ ਕਿਰਪਾ ਕਰਦੇ ਹੋ, ਇਹ ਬੇਨਤੀ ਕਰਨੀ ਸੱਚੇ ਪਾਤਸ਼ਾਹ, ਸਾਡੇ ਵੀ ਕਰ ਜੋੜਦੇ, ਸਾਡਾ ਮਨ ਚਿੱਤ ਇੱਕ ਕਰਦੇ। ਮਨ ਤਾਂ ਭਟਕਦਾ ਫਿਰਦਾ। ਮਨ ਕਦੋਂ ਜੁੜੂਗਾ? ਜਦੋਂ ਮਨ ਮੂਲ ਦੇ ਨਾਲ ਜੁੜ ਗਿਆ, ਕਰ ਜੁੜ ਗਏ। ਬੇਨਤੀਆਂ ਕਰਦੇ ਰਹਾਂਗੇ, ਆਪੇ ਦਾਤਾ ਸਾਡੇ 'ਤੇ ਤਰਸ ਖਾ ਕੇ ਸਾਡੇ ਮਨ ਨੂੰ ਅੰਤਰ ਆਤਮੇ ਜੁੜੇਗਾ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ। ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ 'ਚ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ। ਆਨੰਦ ਬਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਧਾਈਆਂ।
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰ ਤੇਰਾ ਕਰ ਸਭ ਸਵਾਰਨਾ। ਸਭਨਾ ਗੱਲਾਂ ਸਮਰਾ ਸੁਆਮੀ ਸੋਖਿਓ ਮਨੋ ਵਿਸਾਰੇ। ਕਹਿ ਨਾਨਕ ਮਾਨੋ ਮੇਰੀ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇਂ। ਸਦਾ ਸਿਰ ਸਲਾਹ ਤੇਰੀ ਨਾਮ ਮਨ ਵਸਾਵੇਂ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ। ਸਾਚ ਨਾਮਦਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰਸ਼ਾਨ ਸੁਖ ਮਨਿਆ ਵਿਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ ਕਾਲਾਂ ਜਿਤ ਕਰਤਾਰੀ। ਆਹ ਪੰਜ ਦੂਤ ਵਸ ਕੀਤੇ ਕਾਲ ਕੰਠਕ ਮਾਰਿਆ। ਤੁਰ ਕਰਮ ਪਾਇਆ ਤੁ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸਕ ਹੋਆ ਤਿਤ ਕਰ ਅਨਹਦ ਵਾਜੇ। ਅਨਸਣੋ ਵਡਭਾਗਿਓ ਸਗਲ ਮਨੋਰਥ ਪੂਰੇ। ਭਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਹਾ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ